आप लेहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਸਤਿਗੁਰ ਚੜੇ ਸ਼ਿਕਾਰ, ਭਏ ਸੰਗ ਤਬ ਸੁਭਟ ਹਜ਼ਾਰ। ਵਿਦਿਆ ਜੇਠਾ ਸਾਹਿਬ ਭਾਨਾ, ਸਾਧੂ ਪੈਂਦੇ ਖਾਨ ਭਿਆਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਗੁਰੂ ਕੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ। ਔਰ ਪਿਛਲੇ 3 ਦਿਨਾਂ ਤੋਂ ਵਿਸ਼ੇਸ਼ ਦੀਵਾਨ ਚੱਲ ਰਹੇ ਨੇ। ਆਪ ਜੀ ਹਾਜ਼ਰੀਆਂ ਭਰ ਰਹੇ ਹੋ ਅਤੇ ਕੱਲ੍ਹ ਦਾ ਵਿਸ਼ੇਸ਼ ਦੀਵਾਨ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਚੌਥੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਵਿਸ਼ੇਸ਼ ਕਰਕੇ ਸੰਬੰਧਿਤ ਹੋਵੇਗਾ, ਜਿਹਦੇ ਵਿੱਚ ਸਤਿਗੁਰਾਂ ਦੀ ਪਾਵਨ ਬਾਣੀ ਦਾ ਕੀਰਤਨ, ਸਤਿਗੁਰਾਂ ਦੀ ਉਪਮਾ ਰੂਪੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਔਰ ਗੁਰੂ ਸਾਹਿਬ ਦਾ ਇਤਿਹਾਸ, ਗੁਰੂ ਸਾਹਿਬ ਦੀਆਂ ਸਾਖੀਆਂ ਸੰਗਤਾਂ ਨਾਲ ਸਾਂਝੀਆਂ ਕਰਾਂਗੇ। ਆਓ ਹੁਣ ਜੋ ਲੜੀਵਾਰ ਕਥਾ ਗੁਰਦਰਬਾਰ ਵਿੱਚ ਚੱਲ ਰਹੀ ਹੈ, ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਜੀ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ, ਜਿਨ੍ਹਾਂ ਦੀ ਲੀਲਾ ਨਿਆਰੀ ਹੈ। ਸ਼ਸਤਰਧਾਰੀ ਸੂਰਬੀਰ ਯੋਧਿਆਂ ਦਾ ਪੰਥ ਸਾਜਣਾ ਸੀ, ਕਿਉਂਕਿ ਜ਼ਾਲਮਾਂ ਦਾ ਨਾਸ ਕਰਨ ਲਈ, ਧਰਮ ਦਾ ਪ੍ਰਕਾਸ਼ ਕਰਨ ਲਈ ਸ਼ਸਤਰ ਚੁੱਕਣੇ ਜ਼ਰੂਰੀ ਹੋ ਗਏ। 5ਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਮਹਾਰਾਜ ਨੇ ਸ਼ਸਤਰਧਾਰੀ ਫੌਜਾਂ ਤਿਆਰ ਕੀਤੀਆਂ ਅਤੇ ਉਹਨਾਂ ਨੂੰ ਸ਼ਿਕਾਰ ਖੇਡਣਾ, ਗੱਤਕਾ ਖੇਡਣਾ, ਜੰਗੀ ਕਰਤੱਵ ਕਰਕੇ ਤਿਆਰ ਬਰ ਤਿਆਰ ਰਹਿਣ ਦੀ ਪ੍ਰੇਰਣਾ ਦਿੱਤੀ। ਰੋਜ਼ ਪਾਤਸ਼ਾਹ ਸ਼ਿਕਾਰ ਨੂੰ ਚੜ੍ਹਦੇ ਸਨ। ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਵੀ ਜ਼ਿਕਰ ਆਉਂਦਾ, ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਿਡਾਇਆ। ਪਾਤਸ਼ਾਹ ਘਰ ਆਮਦੇ ਗੜ੍ਹ ਚੜ੍ਹਿਆ ਪਾਤਸ਼ਾਹ ਚੜ੍ਹਾਇਆ। ਸਤਿਗੁਰੂ ਪਾਤਸ਼ਾਹ ਰੋਜ਼ ਸ਼ਿਕਾਰ ਖੇਡਦੇ ਸਨ। ਸ਼ਸਤਰ ਵਿੱਦਿਆ ਦਾ ਅਭਿਆਸ ਕਰਨ ਲਈ, ਸੂਰਬੀਰਾਂ ਦੇ ਅੰਦਰ ਜੋਸ਼ ਪੈਦਾ ਕਰਨ ਲਈ ਔਰ ਬਹੁਤ ਸਾਰੀਆਂ ਜੀਵਾਂ ਦੀ ਆਤਮਾਵਾਂ ਜਿਹੜੀਆਂ ਜੂਨਾਂ 'ਚ ਭਟਕ ਰਹੀਆਂ ਨੇ ਉਹਨਾਂ ਦਾ ਉਧਾਰ ਕਰਨ ਲਈ ਅੱਜ ਮੇਰੇ ਪਾਤਸ਼ਾਹ ਜੀ ਚੜ੍ਹੇ ਹਨ ਸ਼ਿਕਾਰ। ਉਹ ਕਥਾ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਸਤਿਗੁਰ ਚੜੇ ਸ਼ਿਕਾਰ, ਇੱਕ ਦਿਨ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ਿਕਾਰ ਖੇਡਣ ਲਈ ਨਿਕਲੇ ਹਨ। ਭਏ ਸੰਗ ਤਬ ਸੁਭਟ ਹਜ਼ਾਰ। ਹਜ਼ਾਰਾਂ ਸੂਰਬੀਰ ਯੋਧੇ ਗੁਰੂ ਕੇ ਸਿੱਖ ਸ਼ਸਤਰਧਾਰੀ ਘੋੜਿਆਂ ਤੇ ਸਵਾਰ ਹੋ ਕੇ ਮਹਾਰਾਜ ਦੇ ਨਾਲ ਚੱਲੇ ਹਨ। ਵਿਦਿਆ ਜੇਠਾ ਸਾਹਿਬ ਭਾਨਾ, ਭਾਈ ਸਾਹਿਬ ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ। ਸਾਧੂ ਪੈਂਦੇ ਖਾਨ ਭਿਆਨਾ, ਔਰ ਸਤਿਗੁਰਾਂ ਦੇ ਦਮਾਦ ਭਾਈ ਸਾਧੂ ਜੀ, ਇਹ ਵੀ ਬ੍ਰਹਮ ਗਿਆਨੀ ਮਹਾਂਪੁਰਸ਼ ਸਨ, ਬੜੀ ਭਾਵਨਾ ਵਾਲੇ। ਇਹਨਾਂ ਦੀ ਬਾਣੀ ਵੀ ਮਿਲਦੀ ਹੈ, ਬਾਣੀ ਬਾਬਾ ਸਾਧੂ ਜਨ। ਸਾਧੂ ਜਨ ਗੁਰ ਦਰਸ਼ਨ ਕੀਤਾ, ਧੋ ਚਰਨਾਮਤ ਗੁਰ ਦਾ ਪੀਤਾ। ਭਾਈ ਕਾਹਨ ਸਿੰਘ ਜੀ ਨਾਭਾ ਨੇ ਕੁਝ ਟੂਕਾਂ ਮਹਾਨਕੋਸ਼ ਵਿੱਚ ਦਿੱਤੀਆਂ ਵੀ ਹਨ। ਬਾਬਾ ਸਾਧੂ ਜੀ ਗੁਰੂ ਸਾਹਿਬ ਦੇ ਦਮਾਦ ਸਨ, ਬੀਬੀ ਬੀਰੋ ਦੇ ਪਤੀ, ਉਹ ਵੀ ਨਾਲ ਹਨ। ਭਾਈ ਭਾਨਾ ਜੀ ਨਾਲ ਹਨ। ਇਤਿਆਦਿਕ ਸਭ ਗੁਰ ਕੇ ਸੰਗ, ਪੈਂਦੇ ਖਾਨ ਬੜਾ ਸੂਰਮਾ ਸਤਿਗੁਰਾਂ ਦੇ ਨਾਲ ਹੈ। ਇਸ ਤਰ੍ਹਾਂ ਸਾਰੇ ਯੋਧੇ ਨਾਲ ਚੜ੍ਹੇ ਹਨ ਸ਼ਿਕਾਰ ਖੇਡਣ। ਚਲੇ ਕੁਦਾਵਤ ਚਪਲ ਤਰੰਗ, ਬੜੇ ਬੜੇ ਬਲੀ ਘੋੜਿਆਂ ਤੇ ਸਵਾਰ ਹੋ ਕੇ ਘੋੜਿਆਂ ਨੂੰ ਕੁਦਾਂਦੇ ਹੋਏ ਜਾ ਰਹੇ ਹਨ। ਪ੍ਰਾਤ ਹੁਤੀ ਵਿਚਰੇ ਉਦਿਆਨ, ਸਵੇਰ ਦੇ ਸ਼ਿਕਾਰ ਨੂੰ ਚੜ੍ਹੇ ਆ, ਸਾਰਾ ਦਿਨ ਸ਼ਿਕਾਰ ਵਿੱਚ ਹੀ ਲੰਘਾਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਅੱਜ ਸਵੇਰੇ ਹੀ
ਦਿਨ ਚੜ੍ਹਦਿਆਂ ਹੀ ਫੌਜਾਂ ਲੈ ਕੇ ਤੁਰ ਪਏ ਹਨ। ਜਬ ਲੋ ਕਾਮ ਨਾ ਭਇਓ ਮਹਾਨ। ਜਿੰਨਾ ਚਿਰ ਗਰਮੀ ਨਹੀਂ ਨਾ ਵਧੀ, ਦੁਪਹਿਰਾ ਨਹੀਂ ਹੋਇਆ, ਸ਼ਿਕਾਰ ਖੇਡਦੇ ਰਹੇ ਹਨ। ਹਨੇ ਸਸੇ ਸੂਕਰ ਉਠਵਾਏ। ਜੰਗਲ ਦੇ ਵਿੱਚ ਜਾ ਕੇ ਖਰਗੋਸ਼, ਸਹੇ, ਸੂਰ, 12 ਸਿੰਘੇ, ਹਿਰਨ ਇਦਾਂ ਦੇ ਜਾਨਵਰਾਂ ਦਾ ਸ਼ਿਕਾਰ ਕੀਤਾ ਹੈ। ਗ੍ਰਾਮ ਵਡਾਲੀ ਕੋ ਚਲ ਆਏ। ਤੇ ਸ਼ਿਕਾਰ ਖੇਡਦੇ ਖੇਡਦੇ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਜਨਮ ਭੂਮੀ ਗੁਰੂ ਕੀ ਵਡਾਲੀ ਵੱਲ ਆ ਗਏ ਹਨ। ਜਾਨ ਤਪਤ ਕੋ ਉਤਰ ਪਰੇ ਹੈ। ਦੁਪਹਿਰ ਦਾ ਸਮਾਂ ਸੀ, ਗਰਮੀ ਸੀ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਵਡਾਲੀ ਉਤਰੇ ਹਨ, ਗੁਰੂ ਕੀ ਵਡਾਲੀ ਵਿੱਚ। ਨਾਨਾ ਭਾਂਤ ਆਹਾਰ ਕਰੇ ਹੈ। ਔਰ ਉੱਥੇ ਲੰਗਰ ਪ੍ਰਸ਼ਾਦ ਛਕੇ ਹਨ। ਸ੍ਰੀ ਹਰਿ ਗੋਬਿੰਦ ਜਨਮ ਸਥਾਨ। ਸਾਧ ਸੰਗਤ ਜੀ, ਗੁਰੂ ਕੀ ਵਡਾਲੀ ਉਹ ਪਵਿੱਤਰ ਜਗ੍ਹਾ ਹੈ ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਹੈ। ਸਤਿਗੁਰਾਂ ਦਾ ਜਨਮ ਸਥਾਨ ਹੈ। ਜਿਸ ਦੇਖਣ ਤੇ ਪੁੰਨ ਮਹਾਨ। ਇਸ ਪਵਿੱਤਰ ਗੁਰੂ ਦੇ ਜਨਮ ਸਥਾਨ ਦਾ ਦਰਸ਼ਨ ਕਰਨ ਦਾ ਬੜਾ ਮਹਾਨ ਪੁੰਨ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ RAM ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਜਿੱਥੇ ਮੇਰੇ ਪਾਤਸ਼ਾਹ ਦੇ ਚਰਨ ਪਏ ਹਨ, ਗੁਰੂ ਸਾਹਿਬ ਨੇ ਕੋਈ ਕੌਤਕ ਕੀਤਾ ਹੈ, ਭਾਵੇਂ 5 ਮਿੰਟ ਹੀ ਠਹਿਰੇ ਹੋਣ, ਉਹ ਵੀ ਧਰਤੀ ਬੜੀ ਮਹਾਨ ਹੁੰਦੀ ਹੈ। ਇੱਥੇ ਦਾ ਸਤਿਗੁਰੂ ਅਵਤਾਰ ਧਾਰਿਆ ਛੇਵੇਂ ਪਾਤਸ਼ਾਹ ਜੀ ਨੇ, ਸੋ ਇਹਦੇ ਦਰਸ਼ਨ ਕਰਨ ਦਾ ਬੜਾ ਵੱਡਾ ਫਲ ਹੈ। ਗਏ ਸਕਲ ਹੀ ਦਰਸ਼ਨ ਕਰਬੇ। ਸਾਧ ਸੰਗਤ ਜੀ, ਫੌਜਾਂ ਸਮੇਤ ਨਾਲ ਭਾਈ ਵਿਧੀ ਚੰਦ, ਭਾਈ ਜੇਠਾ, ਭਾਈ ਭਾਨਾ, ਭਾਈ ਸਾਧੂ, ਪੈਂਦੇ ਖਾਨ ਵਰਗੇ ਸੂਰਮੇ ਮਹਾਰਾਜ ਉਸ ਆਪਣੇ ਜਨਮ ਸਥਾਨ ਤੇ ਦਰਸ਼ਨ ਕਰਨ ਲੈ ਗਏ ਸੰਗਤਾਂ ਨੂੰ। ਬੰਧਨ ਕਰਹਿ ਭਾਉ ਵੜ ਧਰਬੇ। ਬੜੇ ਪ੍ਰੇਮ ਨਾਲ ਸਿੱਖਾਂ ਨੇ ਗੁਰੂ ਸਾਹਿਬ ਦਾ ਜਨਮ ਸਥਾਨ ਜਾਣ ਕੇ ਨਮਸਕਾਰ ਕੀਤੀ ਹੈ, ਕਿਉਂਕਿ ਲਗਭਗ 3 ਸਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਰਹੇ ਹਨ ਅਤੇ ਇੱਥੇ ਹੀ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਅਵਤਾਰ ਧਾਰਿਆ ਹੈ। ਇਸ ਵਿਹੜੇ 'ਚ ਮਹਾਰਾਜ ਛੇਵੇਂ ਪਾਤਸ਼ਾਹ ਖੇਡੇ ਹਨ। ਧਰਤੀ ਵਡਾਲੀ ਦੀ ਚੱਪਾ ਚੱਪਾ ਛੇਵੇਂ ਪਾਤਸ਼ਾਹ ਦੇ ਤੇ ਪੰਜਵੇਂ ਪਾਤਸ਼ਾਹ ਦੇ ਚਰਨਾਂ ਨਾਲ ਪਵਿੱਤਰ ਹੋਈ ਹੈ। ਜਾ ਕੇ ਨਮਸਕਾਰ ਕੀਤੀ ਹੈ। ਭਾਨਾ ਸਾਧੂ ਆਦਿਕ ਜਾਏ। ਭਾਈ ਭਾਨਾ ਜੀ ਨੇ, ਭਾਈ ਸਾਧੂ ਜੀ ਨੇ ਜਾ ਕੇ ਨਮਸਕਾਰ ਕੀਤੀ ਹੈ। ਭਾਈ ਭੀਰ ਪਿਖ ਆਨੰਦ ਪਾਏ। ਕਹਿੰਦੇ ਬੜੀ ਸੁੰਦਰ ਜਗ੍ਹਾ ਵੇਖ ਕੇ ਸਾਰਿਆਂ ਦਾ ਮਨ ਬੜਾ ਪ੍ਰਸੰਨ ਹੋਇਆ ਔਰ ਸੰਗਤਾਂ ਇਕੱਠ ਵੀ ਬੜਾ ਹੋ ਗਿਆ। ਜਦੋਂ ਸੰਗਤਾਂ ਦਾ ਇਕੱਠ ਹੁੰਦਾ, ਸਾਧ ਸੰਗਤ ਜੀ, ਗੁਰੂ ਕੇ ਸਿੱਖ ਇੱਕ ਦੂਜੀ ਨੂੰ ਮਿਲਦੇ ਨੇ ਨਾ, ਦਰਸ਼ਨ ਕਰਕੇ ਮਨ ਨੂੰ ਠੰਡ ਪੈਂਦੀ। ਤਿਨਾ ਦੇਖ ਮਨ ਚਾਉ ਠੰਡਾ ਹੋਂ, ਕਦ ਪਾਈ ਗੁਣਤਾਸਾ। ਗੁਰੂ ਦੇ ਪਿਆਰਿਆਂ ਦੇ ਦਰਸ਼ਨ ਕਰਕੇ ਮਨ ਖਿੜਨਾ ਚਾਹੀਦਾ। ਜੇ ਮੱਥੇ ਤੇ ਤਿਉੜੀਆਂ ਪੈ ਜਾਣ, ਸਮਝੋ ਅੰਦਰਲੇ ਪਾਪ ਸਾਥ ਨਹੀਂ ਦਿੰਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਗੁਰਸਿੱਖਾਂ ਨੂੰ ਵੇਖ ਕੇ ਨਾ, ਰੌਣਕਾਂ ਵੇਖ ਕੇ ਮਨ ਖੁਸ਼ ਹੋ ਗਿਆ। ਸਭਨ ਸੁਨਾਏ ਗੁਰੂ ਤਵ ਕਹੇ। ਤੇ ਸਤਿਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਜੀ ਸਾਰੀ ਸੰਗਤ ਨੂੰ ਸੁਣਾ ਕੇ ਸੂਰਬੀਰ ਯੋਧਿਆਂ ਨੂੰ, ਸਾਰੀ ਫੌਜ ਨੂੰ ਦੱਸਦੇ ਹਨ। ਇਹ ਠਾ ਜਨਮ ਸੋ ਖੇਲਤ ਰਹੇ। ਮਹਾਰਾਜ ਕਹਿੰਦੇ, ਖਾਲਸਾ ਜੀ, ਇੱਥੇ ਸਾਡਾ ਅਵਤਾਰ ਹੋਇਆ, ਇੱਥੇ ਅਸੀਂ ਜਨਮ ਲਿਆ ਹੈ, ਇੱਥੇ ਵਿਹੜੇ 'ਚ ਅਸੀਂ ਖੇਡਦੇ ਰਹੇ ਹਾਂ। ਰਿੰਗ ਮਾਨ ਹੋਏ ਅਜਰ ਬਿਹਾਰੇ। ਅਸੀਂ ਇਸ ਵਿਹੜੇ ਵਿੱਚ ਰਿੜਨਾ ਸਿੱਖਿਆ, ਇੱਥੇ ਤੁਰਨਾ ਸਿੱਖਿਆ। ਵਡਾਲੀ ਦੀ ਜਿਹੜੀ ਧਰਤੀ ਹੈ, ਅਵਤਾਰ ਧਾਰ ਕੇ ਜਦੋਂ 6 ਮਹੀਨੇ ਦੇ ਹੋਏ ਤੇ ਮਹਾਰਾਜ ਗੋਡਿਆਂ ਭਾਰ ਇਸ ਵਿਹੜੇ 'ਚ ਰਿੜੇ ਹਨ। ਫਿਰ ਪਾਤਸ਼ਾਹ ਇਸੇ ਵਿਹੜੇ ਵਿੱਚ ਹੀ ਤੁਰਨਾ ਸਿੱਖਿਆ ਹੈ। ਸਨੇ ਸਨੇ ਚੱਲ ਪੱਗ ਬਲ ਧਾਰੇ। ਮਹਾਰਾਜ ਕਹਿੰਦੇ, ਇੱਥੇ ਹੌਲੇ ਹੌਲੇ ਅਸੀਂ ਤੁਰਨ ਲੱਗ ਪਏ। ਸੁਨ ਭਾਨੇ ਕਰ ਜੋਰ ਬਖਾਨਾ। ਭਾਈ ਭਾਨਾ ਜੀ, ਬਾਬਾ ਬੁੱਢਾ ਜੀ ਦੇ ਪੁੱਤਰ, ਹੱਥ ਜੋੜ ਕੇ ਕਹਿਣ ਲੱਗੇ, ਜਿਮ ਬ੍ਰਿਜ ਵਿਚਰੇ ਪਾਵਨ ਥਾਨਾ। ਇਹ ਮਹਾਰਾਜ, ਜਿੱਦਾਂ ਭਗਵਾਨ ਕ੍ਰਿਸ਼ਨ ਜੀ ਬ੍ਰਿਜ ਦੀ ਭੂਮੀ ਦੇ ਵਿੱਚ ਮਾਤਾ ਯਸ਼ੋਦਾ ਦੇ ਵਿਹੜੇ ਵਿੱਚ ਵਿਚਰੇ ਸਨ, ਉਹ ਧਰਤੀ ਪਵਿੱਤਰ ਕੀਤੀ ਸੀ। ਇਸੇ ਤਰ੍ਹਾਂ ਗੁਰੂ ਕੀ ਵਡਾਲੀ ਦੀ ਧਰਤੀ ਮਾਤਾ ਗੰਗਾ ਜੀ ਦੀ ਨਿਗਾਹ ਵਿੱਚ ਆਪ ਜੀ ਵਿਚਰੇ ਹੋ। ਤਥਾ ਭੂਮਿਕਾ ਇਹੀ ਸੁਹਾਵੈ। ਇਹ ਪਵਿੱਤਰ ਭੂਮੀ ਹੈ ਜਿੱਥੇ ਸੱਚੇ ਪਾਤਸ਼ਾਹ ਆਪ ਜੀ ਨੇ ਬਾਲ ਲੀਲਾ ਕੀਤੀ ਹੈ। ਦਰਸ਼ਨ ਤੇ ਅਗ ਓਗ ਨਸਾਵੈ। ਇਸ ਪਵਿੱਤਰ ਗੁਰੂ ਕੀ ਵਡਾਲੀ ਦੇ ਦਰਸ਼ਨ ਕਰਨ ਨਾਲ ਹੀ ਵੱਡੇ ਵੱਡੇ ਪਾਪ ਮਿਟ ਜਾਂਦੇ ਹਨ। ਸ਼ਰਧਾ ਨਾਲ ਜਾਵੇ ਸਾਧ ਸੰਗਤ ਜੀ ਸਿੱਖ, ਪਾਪ ਤੇ ਮਿਟਦੇ ਹਨ। ਤੇ ਜਿਹਦੇ ਵਿੱਚ ਸ਼ਰਧਾ ਹੀ ਕੋਈ ਨਹੀਂ, ਉਹਨੂੰ ਕੀ ਮਿਲਣਾ।
ਸ਼ਰਧਾਵਾਨਮ ਲਭਤੇ ਗਿਆਨਮ, ਸ਼ਰਧਾਵਾਨ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸ਼ਰਧਾਵਾਨ ਦੀ ਮੁਕਤੀ ਹੁੰਦੀ ਹੈ, ਨਾਸਤਿਕ ਦੀ ਨਹੀਂ ਹੁੰਦੀ। ਸੋ ਗੁਰੂ ਸਾਹਿਬ ਜੀ ਦੇ ਪਾਵਨ ਸਥਾਨਾਂ ਤੇ ਜਿਹੜਾ ਸ਼ਰਧਾ ਨਾਲ ਜਾਵੇ, ਦਰਸ਼ਨ ਕਰੇ, ਉਹਦੇ ਪਾਪ ਮਿਟਦੇ ਹਨ। ਤਹਾਂ ਟਿਕੇ ਕੀਨਸ ਬਿਸਰਾਮੂ, ਉੱਥੇ ਕੁਝ ਸਮਾਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਟਿਕੇ ਨੇ, ਦੁਪਹਿਰਾ ਆਰਾਮ ਕੀਤਾ ਹੈ। ਜਬ ਦਿਨ ਰਹਿਓ ਸਵਾ ਇੱਕ ਜਾਮੂ, ਜਦੋਂ ਸ਼ਾਮ ਦੇ 4 ਵਜੇ ਨੇ, ਇੱਕ ਪਹਿਰ ਦਿਨ ਰਹਿ ਗਿਆ ਹੈ, ਕੂਪ ਛੇਰਟੇ ਕੋ ਚੱਲ ਗਏ। ਤੇ ਮਹਾਰਾਜ ਕਹਿੰਦੇ ਚਲੋ ਹੁਣ ਇਸ਼ਨਾਨ ਕਰੀਏ। ਗਰਮੀ ਦੀ ਰੁੱਤ ਸੀਗੀ, ਨੇੜੇ ਹੀ ਛਾਟਾ ਸਾਹਿਬ ਹੈ, ਗੁਰੂ ਕੀ ਵਡਾਲੀ। ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਇੱਥੇ ਗਏ ਨੇ, ਤੇ ਇੱਥੇ ਸਤਿਗੁਰੂ ਜੀ ਨੇ 6 ਹਰਟਾਂ ਵਾਲਾ ਖੂਹ ਲਵਾਇਆ। 6 ਹਰਟ ਹੁਣ ਵੀ ਉੱਥੇ ਨਿਸ਼ਾਨੀ ਵਜੋਂ ਸੰਗਤਾਂ ਜਾ ਕੇ ਦਰਸ਼ਨ ਕਰਦੀਆਂ। 6 ਹਰਟ ਅਜੇ ਵੀ ਵਿੱਚ ਟਿੰਡਾਂ ਦੀਆਂ 6 ਮਾਲਾਂ ਲਟਕਦੀਆਂ ਹਨ। ਜਦੋਂ ਹਰਟ ਚੱਲਦਾ ਸੀ, 6 ਮਾਲਾਂ ਭਰ ਭਰ ਕੇ ਜਲ ਦੀਆਂ ਆਉਂਦੀਆਂ ਸਨ, ਤੇ ਆਲੇ ਦੁਆਲੇ ਕਾਫੀ ਗੁਰੂ ਘਰ ਦੀ ਜ਼ਮੀਨ ਸੀ, ਜਿਹਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਸਿੰਚਾਈ ਕਰਦੇ ਸੀ। ਸੰਗਤਾਂ ਜਲ ਛਕਦੀਆਂ ਸਨ, ਇਸ਼ਨਾਨ ਕਰਦੀਆਂ ਸਨ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਛਾਟਾ ਸਾਹਿਬ ਗਏ ਹਨ। ਜਲ ਪਾਨ ਕਰ ਸੋਚਨ ਕੀਏ, ਉਥੇ ਜਲ ਪਾਣੀ ਛਕਿਆ, ਇਸ਼ਨਾਨ ਕੀਤੇ ਹਨ। ਅਧਿਕ ਕਾਮ ਤੇ ਕਰਹਿ ਇਸ਼ਨਾਨ, ਕਿਉਂਕਿ ਗਰਮੀ ਬੜੀ ਸੀ। ਸਾਰੇ ਯੋਧੇ ਸਵੇਰ ਦੇ ਸ਼ਿਕਾਰ ਖੇਡ ਖੇਡ ਕੇ ਥਕੇ ਹੋਏ ਸਨ। ਸਾਰਿਆਂ ਨੇ ਫਿਰ ਇੱਥੇ ਇਸ਼ਨਾਨ ਕੀਤਾ। ਗੁਰੂ ਸਾਹਿਬ ਵੀ ਇਸ਼ਨਾਨ ਕੀਤਾ ਹੈ। ਜਲ ਸਰੀਰ ਪਰ ਪਾਏ ਮਹਾਨ, ਠੰਡਾ ਤੇ ਨਿਰਮਲ ਪਵਿੱਤਰ ਛਾਟਾ ਸਾਹਿਬ ਦਾ ਜਲ ਹੈ। ਸਾਧ ਸੰਗਤ ਜੀ, ਇਹ ਗੁਰੂ ਸਾਹਿਬ ਦੀ ਉੱਥੇ ਕਲਾ ਹੀ ਹੈ ਵੀ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਕਿਰਪਾ ਨਾਲ ਅੱਜ ਵੀ ਤੁਸੀਂ ਜਾ ਕੇ ਜਲ ਛਕੋ। ਬੜਾ ਮਿੱਠਾ, ਸਵਾਦਿਸ਼ਟ ਤੇ ਆਨੰਦਮਈ, ਤੇ ਰੋਗਾਂ ਤੇ ਬਿਮਾਰੀਆਂ ਦਾ ਨਾਸ ਕਰਦਾ ਹੈ। ਗੁਰੂ ਦੀ ਪ੍ਰਤੱਖ ਕਲਾ ਛਾਟਾ ਸਾਹਿਬ ਅੱਜ ਵਰਤਦੀ ਹੈ, ਹੁਣ ਵੀ ਉਸੇ ਤਰ੍ਹਾਂ ਹੀ ਹੈ। ਸਤਿਗੁਰੂ ਜੀ ਨੇ ਜਾ ਕੇ ਉਸ ਜਲ ਨਾਲ ਇਸ਼ਨਾਨ ਕੀਤਾ ਹੈ। ਨਿਰਮਲ ਤੇ ਬਹੁ ਸ਼ੀਤਲ ਭਏ, ਨਿਰਮਲ ਜਲ ਵਿੱਚ, ਠੰਡੇ ਜਲ ਵਿੱਚ ਇਸ਼ਨਾਨ ਕਰਕੇ ਸਾਰੇ ਤਿਆਰ ਬਰ ਤਿਆਰ ਹੋਏ ਨੇ। ਮਨ ਭਾਵਤ ਜਲ ਉਪਰ ਪਏ, ਮਨ ਭਾਉਂਦੇ, ਕਿਸੇ ਨੇ 10 ਮਿੰਟ, ਕਿਸੇ ਨੇ 20 ਮਿੰਟ, ਕਿਸੇ ਨੇ ਅੱਧਾ ਘੰਟਾ ਰੱਜ ਕੇ ਇਸ਼ਨਾਨ ਕੀਤਾ, ਸਰੀਰ ਤੇ ਜਲ ਪਾਇਆ ਹੈ। ਵਸਤਰ ਸ਼ਸਤਰ ਪਹਿਰਤ ਸਵਧਾਨ, ਫਿਰ ਸਾਰੇ ਆਪਣੇ ਆਪਣੇ ਬਸਤਰ ਪਹਿਨਣ ਲੱਗੇ ਨੇ, ਸ਼ਸਤਰ ਪਹਿਨਣ ਲੱਗੇ ਨੇ। ਸਾਰੇ ਸੂਰਬੀਰ ਯੋਧੇ ਬਸਤਰ ਸ਼ਸਤਰ ਪਹਿਨ ਕੇ ਸਾਵਧਾਨ ਹੋ ਗਏ ਨੇ। ਸੋਬਤ ਸੁਪਟਨ ਸਾਥ ਮਹਾਨ, ਮਹਾਬਲੀ ਸੂਰਬੀਰ ਯੋਧੇ ਛੇਵੇਂ ਪਾਤਸ਼ਾਹ ਜੀ ਆਪਣੇ ਯੋਧਿਆਂ ਦੇ ਨਾਲ, ਆਪਣੀ ਫੌਜ ਦੇ ਨਾਲ ਬੜੇ ਸੋਹਣੇ ਲੱਗਦੇ ਆ। ਮਹਾਰਾਜ ਦੀਆਂ ਫੌਜਾਂ, ਭਾਈ ਬਿਧੀ ਚੰਦ ਜੀ, ਪੈਂਦੇ ਖਾਨ, ਜੇਠਾ, ਬੜੇ ਬੜੇ ਯੋਧੇ ਨਾਲ ਹਨ। ਇਕ ਰਾਹਕ ਚੱਲ ਕਰ ਤਬ ਆਇਓ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਅਜੇ ਬਸਤਰ ਪਹਿਨ ਰਹੇ ਸਨ ਕਿ ਇੱਕ ਜ਼ਿਮੀਂਦਾਰ, ਖੇਤੀ ਕਰਨ ਵਾਲਾ ਆ ਗਿਆ। ਹੱਥ ਜੋੜ ਕਰ ਬਾਗ ਸੁਨਾਇਓ, ਹੱਥ ਜੋੜ ਕੇ ਮੱਥਾ ਟੇਕ ਕੇ ਬੇਨਤੀ ਕਰਦਾ ਹੈ, ਮਹਾਰਾਜ ਇੱਕ ਸੂਕਰ ਭਾਰਾ। ਇਹ ਸੱਚੇ ਪਾਤਸ਼ਾਹ ਜੀ, ਸਾਡੀ ਵਡਾਲੀ ਦੇ ਖੇਤਾਂ 'ਚ ਇੱਕ ਬੜਾ ਭਿਆਨਕ ਸੂਰ ਆ ਗਿਆ, ਜੰਗਲੀ। ਕਰਹਿ ਸਦਾ ਕ੍ਰਿਖ ਬਿੰਦ ਉਜਾਰਾ, ਉਹ ਸਾਡੀ ਪੈਲੀਆਂ ਦਾ ਬੜਾ ਉਜਾੜਾ ਕਰਦਾ ਹੈ, ਬੜੀ ਜ਼ਮੀਨ ਪੁੱਟਦਾ ਹੈ ਹੁੱਡ ਦੇ ਨਾਲ, ਤੇ ਫਸਲਾਂ ਉਜਾੜਦਾ ਫਿਰਦਾ ਹੈ। ਸ੍ਰੀ ਹਰਿ ਗੋਬਿੰਦ ਸੁਨਤ ਆਨੰਦੇ, ਸੁਣ ਕੇ ਮਹਾਰਾਜ ਬੜੇ ਪ੍ਰਸੰਨ ਹੋਏ, ਚੜੇ ਤੁਰੰਗਮ ਬਲੀ ਬਲੰਦੇ। ਔਰ ਆਪਣੇ ਬਲੀ ਘੋੜੇ ਦੇ ਨਾਲ ਹੀ ਸਵਾਰ ਹੋ ਗਏ ਮਹਾਰਾਜ ਸ਼ਿਕਾਰ ਖੇਡਣ ਨੂੰ। ਰਾਹਕ ਆਗੇ ਕੀਨ ਪਿਆਨੇ, ਤੇ ਉਸ ਜੱਟ ਨੂੰ ਅੱਗੇ ਲਾ ਲਿਆ ਵੀ ਦੱਸ ਬਈ ਕਿੱਥੇ ਐ ਸੂਰ। ਸੁਪਾਟ ਪਿਛਾਰੀ ਚੜ ਪ੍ਰਸਥਾਨੇ, ਮਹਾਰਾਜ ਦੇ ਪਿੱਛੇ ਪਿੱਛੇ ਬਿਧੀ ਚੰਦ, ਪੈਂਦੇ ਖਾਨ ਵਰਗੇ ਸੂਰਮੇ ਘੋੜਿਆਂ ਤੇ ਸਵਾਰ ਹੋ ਕੇ ਚੱਲ ਪਏ। ਝਾਲ ਧਰੇ ਥਿਰ ਜਾਏ ਨਿਹਾਰਾ। ਸਾਧ ਸੰਗਤ ਜੀ, ਜਨਮ ਸਥਾਨ ਤੋਂ ਥੋੜਾ ਜਿਹਾ ਹਟ ਕੇ ਖੇਤਾਂ ਦੇ ਵਿੱਚ ਅੱਜ ਕੱਲ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ, ਸੰਗਤਾਂ ਜਾ ਕੇ ਦਰਸ਼ਨ ਕਰ ਸਕਦੀਆਂ। ਵਡਾਲੀ ਜਿੱਥੇ ਮਹਾਰਾਜ ਨੇ ਸੂਰ ਦਾ ਉਧਾਰ ਕੀਤਾ ਹੈ। ਝਾੜਾਂ ਦੇ ਵਿੱਚ ਠੰਡੀ
ਜਗ੍ਹਾ ਤੇ ਲੰਮਾ ਪਿਆ ਹੋਇਆ ਸੀ ਸੂਰ। ਸੁਨਤ ਸ਼ਬਰ ਸ਼ੂਕਰ ਪਵਕਾਰਾ। ਜਦੋਂ ਘੋੜਿਆਂ ਦੇ ਪੌੜਾਂ ਦੀ ਆਵਾਜ਼ ਸੁਣਾਈ ਦਿੱਤੀ, ਸੂਰਬੀਰ ਫੌਜਾਂ ਦੇ ਆਉਣ ਦਾ ਪਤਾ ਲੱਗਾ ਤੇ ਸੂਰ ਉੱਠਿਆ। ਨਿਕਸ ਵਹਿਰ ਕੋ ਭਾਜਿਓ ਕਨੋ। ਤੇ ਫਿਰ ਉਹ ਵੇਖ ਕੇ ਨਾ ਸ਼ਿਕਾਰੀਆਂ ਨੂੰ, ਸ਼ਸਤਰਧਾਰੀਆਂ ਨੂੰ, ਤੇ ਭੱਜ ਪਿਆ, ਦੌੜ ਪਿਆ। ਸ੍ਰੀ ਹਰਿਗੋਬਿੰਦ ਮਗਵਾ ਮਨੋ। ਆ ਮਾਨੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਉਹਦੇ ਲਈ ਇੰਦਰ ਰੂਪ ਆ ਗਏ ਹਨ। ਦਸੋ ਚੰਦ ਕੋ ਦੋਰਿਓ ਰਾਹੂ। ਤੇ ਜਿਵੇਂ ਰਾਹੂ ਲੈ ਕੇ ਚੰਦਰਮਾ ਨੂੰ ਦੌੜ ਪਿਆ ਸੀ। ਚਹਤ ਛੁਰਾਏ ਨ ਛੋਰ ਹੈ ਤਾਹੂ। ਤੇ ਛੁਡਾਣਾ ਚਾਹੁੰਦੇ ਤੇ ਉਹ ਛੁੱਟਦਾ ਨਹੀਂ ਸੀ। ਤਬ ਸਤਗੁਰ ਪੈਂਦਾ ਲਲਕਾਰਾ। ਤਾਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਪੈਂਦੇ ਖਾਂ ਨੂੰ ਵੰਗਾਰ ਮਾਰੀ। ਪੈਂਦਿਆ ਹੋਰ ਤਗੜਾ ਜਰਾ, ਜਾਨ ਨਾ ਪਾਵੈ ਸ਼ੂਕਰ ਭਾਰਾ। ਮਹਾਰਾਜ ਕਹਿੰਦੇ ਕਿਤੇ ਨਿਕਲ ਨਾ ਜਾਏ, ਦੌੜ ਨਾ ਜਾਏ। ਸ੍ਰੀ ਗੁਰ ਕਰਿਓ ਤੁਰੰਗਮ ਧੀਰਾ। ਮਹਾਰਾਜ ਨੇ ਆਪਣਾ ਘੋੜਾ ਤੇ ਹੌਲੇ ਕਰ ਲਿਆ ਤੇ ਪੈਂਦੇ ਖਾਂ ਨੂੰ ਸ਼ਿਕਾਰ ਖੇਡਣ ਲਈ ਤਿਆਰ ਕੀਤਾ। ਬੇਗ ਕਰਿਓ ਪੈਂਦੇ ਬਰ ਬੀਰਾ। ਮਹਾਰਾਜ ਦਾ ਇਸ਼ਾਰਾ ਪਾ ਕੇ ਪੈਂਦੇ ਨੇ ਆਪਣਾ ਘੋੜਾ ਤੇਜ਼ ਕਰ ਲਿਆ। ਕੇ ਤੱਕ ਦੂਰ ਪਿਛਾਰੀ ਗਇਓ। ਤੇ ਘੋੜਾ ਪੈਂਦੇ ਖਾਂ ਦਾ ਉਸ ਸੂਰ ਦਾ ਪਿੱਛਾ ਕਰਦਾ ਕਾਫੀ ਦੂਰ ਗਿਆ। ਕਰੇ ਨੇਰ ਸ਼ੂਕਰ ਥਿਰ ਭਇਓ। ਹੁਣ ਘੋੜੇ ਨੇ ਜਾ ਕੇ ਸੂਰ ਨੂੰ ਘੇਰ ਲਿਆ। ਜਦੋਂ ਘੋੜਾ ਨੇੜੇ ਆ ਗਿਆ ਨਾ ਤੇ ਸੂਰ ਰੁਕ ਗਿਆ। ਉਦਾਂ ਤੇ ਦੌੜੀ ਜਾਂਦਾ ਸੀ। ਉਹਨੇ ਵੇਖਿਆ ਹੁਣ ਮੈਨੂੰ ਦੌੜਿਆਂ ਤੇ ਇਹਨਾਂ ਨੇ ਜਾਣ ਨਹੀਂ ਦੇਣਾ। ਉਹ ਸੂਰ ਉੱਥੇ ਖੜ ਗਿਆ। ਤੋਮਰ ਹਿਤ ਮਾਰਨ ਸੰਭਾਰਾ। ਪੈਂਦੇ ਖਾਂ ਨੇ ਬੜਾ ਭਾਰੀ ਬਰਛਾ ਉਸ ਸੂਰ ਨੂੰ ਮਾਰਨ ਵਾਸਤੇ ਉਲਾਰਿਆ। ਰਿਸਿਓ ਕੋਲ ਅਰ ਰਹਿਓ ਜੁਝਾਰਾ। ਤੇ ਉਹ ਜਿਹੜਾ ਸੂਰ ਸੀ ਨਾ ਅੱਗੋਂ ਗੁੱਸਾ ਖਾ ਕੇ ਨਾ ਪੈਂਦੇ ਵੱਲ ਮੁੜ ਪਿਆ। ਘੁਰ ਘੁਰ ਕਰਤ ਸਮੁਖ ਕੋ ਆਇਓ। ਉਹ ਸੂਰ ਘੁਰ ਕਰਦਾ ਸਿੱਧਾ ਹੀ ਪੈਂਦੇ ਖਾਂ ਦੇ ਘੋੜੇ ਵੱਲ ਆਇਆ। ਲਗਿਓ ਨਾ ਪੈਂਦ ਪ੍ਰਹਾਰ ਚਲਾਇਓ। ਪੈਂਦੇ ਨੇ ਬਰਛਾ ਮਾਰਿਆ ਪਰ ਬਰਛਾ ਲੱਗਾ ਨਹੀਂ ਸੂਰ ਨੂੰ। ਹਾਏ ਕੇ ਕਰੀ ਚੋਟ ਤਤਕਾਲਾ। ਤੇ ਉਸ ਸੂਰ ਨੇ ਆ ਕੇ ਨਾ ਆਪਣੀ ਹੁੱਡ ਜਿਹੜੀ ਹੈ ਨਾ ਉਹ ਘੋੜੇ ਦੀ ਲੱਤ ਦੇ ਵਿੱਚ ਮਾਰੀ ਤੇ ਘੋੜੇ ਦੀ ਲੱਤ ਤੋੜ ਦਿੱਤੀ। ਕਾਇਲ ਵੈ ਨਹਿ ਗਇਓ ਸੰਭਾਲਾ। ਘੋੜਾ ਜ਼ਖਮੀ ਹੋ ਗਿਆ, ਡਿੱਗ ਪਿਆ ਤੇ ਪੈਂਦੇ ਖਾਂ ਵੀ ਸੰਭਲ ਨਹੀਂ ਸਕਿਆ ਆਪਣੇ ਆਪ ਨੂੰ। ਬਿਖ ਭੂਮਕਾ ਮਹਿਤਬ ਘੋਰਾ। ਜਦੋਂ ਘੋੜਾ ਡਿੱਗਾ ਜ਼ਮੀਨ ਦੇ ਵਿੱਚ, ਪੈਲੀ ਦੇ ਵਿੱਚ, ਤੇ ਪੈਂਦਾ ਵੀ ਧੜਮ ਕਰਕੇ ਡਿੱਗਾ। ਦਰ ਪਥਰਿਓ ਪਿਖ ਸ਼ੂਕਰ ਘੋਰਾ। ਤੇ ਪੈਂਦੇ ਨੂੰ ਹੋ ਗਿਆ ਵੀ ਹੁਣ ਦੂਜੀ ਹੁੱਡ ਉਹਨੇ ਮੇਰੀ ਵੱਖੀ 'ਚ ਮਾਰਨੀ। ਸੂਰ ਆ ਕੇ ਬੰਦੇ ਦੀ ਵੱਖੀ 'ਚ ਮਾਰਦਾ, ਜਿੱਥੇ ਉਹ ਹੁੱਡ ਮਾਰਦਾ ਪਾੜ ਕੇ ਰੱਖ ਦਿੰਦਾ। ਤੋ ਪੈਂਦੇ ਖਾਂ ਵੱਲ ਜਦੋਂ ਸੂਰ ਵਧਿਆ, ਗਿਰਿਓ ਪੈਂਦ ਖਾਂ ਨਹਿਨ ਸੰਭਾਰਿਓ। ਤੇ ਪੈਂਦੇ ਖਾਂ ਡਿੱਗਾ ਤੇ ਆਪਣੇ ਆਪ ਨੂੰ ਸੰਭਾਲ ਨਹੀਂ ਸਕਿਆ, ਖਲੋ ਨਹੀਂ ਸਕਿਆ। ਇੰਨੀ ਛੇਤੀ ਸੂਰ ਨੇੜੇ ਆ ਗਿਆ। ਗੁਰ ਤਵਾਏ ਹੈ ਜਬਹਿ ਨਿਹਾਰਿਓ। ਤੇ ਮਹਾਰਾਜ ਨੇ ਵੇਖਿਆ ਵੀ ਲੈ ਵੀ ਸੂਰ ਤਾਂ ਗਿਆ ਪੈਂਦੇ ਨੂੰ ਲੈ ਕੇ। ਮਹਾਰਾਜ ਘੋੜਾ ਬੜੀ ਫੁਰਤੀ ਦੇ ਨਾਲ ਬਿਜਲੀ ਦੀ ਤਰ੍ਹਾਂ ਚੜਾ ਕੇ ਆਏ ਨੇ। ਖੜਗ ਨਿਕਾਸੇ ਜਬ ਨੇ ਰਾਵਾ। ਜਦੋਂ ਮਹਾਰਾਜ ਨੇੜੇ ਆਏ ਨੇ ਤੇ ਮਿਆਨ ਚ ਖੰਡਾ ਖਿੱਚ ਲਿਆ ਹੈ। ਰੁਪਿਓ ਕੋਲ ਸਨਮੁਖ ਹੀ ਆਵਾ। ਤੇ ਉਹ ਸੂਰ ਜਿਹੜਾ ਸੀ ਨਾ ਗੁਰੂ ਸਾਹਿਬ ਵੱਲ ਵੀ ਉਸੇ ਤਰ੍ਹਾਂ ਹੀ ਫਿਰ ਤੇਜ਼ੀ ਨਾਲ ਵਾਰ ਕਰਨ ਲਈ ਆਇਆ ਹੈ। ਖਰੀ ਦੁਰ ਸਭ ਚਮੂ ਨਿਹਾਰੈ। ਮਹਾਰਾਜ ਦੀਆਂ ਫੌਜਾਂ ਦੂਰ ਦੇਖ ਰਹੀਆਂ ਨੇ। ਗੁਰੂ ਹਰਗੋਬਿੰਦ ਸਾਹਿਬ ਸ਼ਿਕਾਰ ਖੇਡਣ ਲੱਗੇ ਨੇ। ਗੁਰੂ ਬਿਨਾ ਅਬ ਕੋ ਨਹਿ ਮਾਰੈ। ਸਾਰਿਆਂ ਨੂੰ ਨਜ਼ਰ ਆ ਗਿਆ, ਭਾਈ ਵਿਧੀ ਚੰਦ, ਭਾਈ ਜੇਠਾ, ਸਾਰਿਆਂ ਨੂੰ ਵੀ ਹੁਣ ਗੁਰੂ ਸਾਹਿਬ ਤੋਂ ਬਿਨਾਂ ਇਹਨੂੰ ਮਾਰਨਾ ਔਖਾ। ਛੇਵੇਂ ਪਾਤਸ਼ਾਹ ਹੀ ਮਾਰਨਗੇ ਇਹਨੂੰ। ਆਤਸ਼ਾਹ ਨਿਕਟ ਆਏ ਜਬ ਗਇਓ। ਜਦੋਂ ਬਹੁਤ ਨੇੜੇ ਆ ਗਿਆ ਉਹ ਸੂਰ, ਅਤਨ ਪ੍ਰਹਾਰ ਤੁਰੰਗ ਕੋ ਭਇਓ। ਤੇ ਮਹਾਰਾਜ ਦੇ ਘੋੜੇ ਨੂੰ ਮਾਰਨ ਲੱਗਾ ਆ ਕੇ। ਇੱਕ ਰਕਾਬ ਕੇ ਹੋਏ ਕਰ ਭਾਰ। ਛੇਵੇਂ ਪਾਤਸ਼ਾਹ ਘੋੜੇ ਦੇ ਉੱਤੇ ਨਾ ਰਕਾਬਾਂ ਦੇ ਭਾਰ ਤੇ ਖੜੇ ਹੋ ਗਏ। ਇੱਕ ਰਕਾਬ ਦੇ ਉੱਤੇ ਭਾਰ ਪਾ ਲਿਆ। ਸਤਿਗੁਰ ਕੀਨਸ ਖੜਗ ਪ੍ਰਹਾਰ। ਤੇ ਉੱਪਰੋਂ ਚੜੇ ਚੜਾਏ ਘੋੜਿਆਂ ਤੇ ਸੱਚੇ ਪਾਤਸ਼ਾਹ ਨੇ ਸੂਰ ਦੀ ਪਿੱਠ ਵਿੱਚ ਵਾਰ ਕੀਤਾ। ਲਗਿਓ ਪ੍ਰਿਸ਼ਟ ਮੈਂ ਭਇਓ ਦੁਖੰਡ। ਤੁਸੀਂ ਸਾਰੇ ਵੇਖਿਆ ਹੀ ਹੈ, ਸੂਰ ਦੀ ਪਿੱਠ ਚੋਂ ਵਾਰ ਪਾਰ ਕਰਨਾ ਖਾਲਾ ਜੀ ਦਾ ਬਾੜਾ ਨਹੀਂ ਹੈ। ਬੜਾ ਪਲਿਆ ਹੋਇਆ, ਕੁਆਂਟਲ, 1.5 ਕੁਆਂਟਲ, 2 ਕੁਆਂਟਲ ਦਾ ਸੂਰ ਸੀਗਾ। ਤੇ ਜੰਗਲੀ ਸੂਰ ਸੀ। ਇੱਕ ਆਹ ਪਾਲੇ ਸੂਰ ਹੁੰਦੇ ਆ, ਜੇ ਇੱਕ ਜੰਗਲੀ ਸੂਰ ਹੁੰਦਾ ਉਹਦੇ ਜਿਹੜੇ ਦੰਦ ਹੁੰਦੇ ਬੜੇ ਖਤਰਨਾਕ ਹੁੰਦੇ। ਉਹ ਜੰਗਲੀ ਸੂਰ ਸੀਗਾ, ਬੜਾ ਭਿਆਨਕ। ਸੱਚੇ ਪਾਤਸ਼ਾਹ ਨੇ ਤਲਵਾਰ ਮਾਰੀ ਪਿੱਠ ਵਿੱਚ, ਧਰਤੀ ਤੱਕ ਪਾਰ ਲੰਘਾ ਦਿੱਤੀ। ਕਹਿ ਅਟ ਕਹਿ ਬਲ ਤੇਗ ਪ੍ਰਚੰਡ। ਕਹਿੰਦੇ ਤੇਗ ਬੜੀ ਪ੍ਰਚੰਡ ਸੀ, ਫੁਲਾਦੀ। ਮਹਾਰਾਜ ਸੱਚੇ ਪਾਤਸ਼ਾਹ ਨੇ ਭਰ ਕੇ ਵਾਰ ਕੀਤਾ
ਸਾਰ ਪਾਰ ਲੰਘਾ ਦਿੱਤਾ। ਸਾਧੂ ਭਾਨਾ ਤਤ ਛਿਨ ਆਏ। ਭਾਈ ਸਾਧੂ ਜੀ ਤੇ ਭਾਈ ਭਾਨਾ ਜੀ ਨੇੜੇ ਆ ਗਏ। ਮਾਸਲ ਬਲੀ ਕੋਲ ਦਿਖ ਰਾਏ। ਬੜਾ ਬਲੀ ਪਲਿਆ ਹੋਇਆ ਸੂਰ ਸੀ, 2 ਟੋਟੇ ਕਰਕੇ ਰੱਖ ਦਿੱਤਾ ਛੇਵੇਂ ਪਾਤਸ਼ਾਹ। ਕਿੱਡੇ ਬਲੀ ਸਨ, ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰਉਪਕਾਰੀ। ਮੇਰੇ ਪਾਤਸ਼ਾਹ ਨੇ ਉਸ ਸੂਰ ਦਾ ਉਧਾਰ ਕਰ ਦਿੱਤਾ। ਨਿਕਸ ਬਦਨ ਤੇ ਅਗਨ ਸਰੀਖਾ। ਸੂਰ ਦੇ ਮੂੰਹ ਵਿੱਚੋਂ ਧੂਆਂ ਜਿਹਾ ਨਿਕਲਿਆ, ਸੇਕ ਜਿਹਾ ਨਿਕਲਿਆ। ਗੁਰੂ ਅਰ ਭਾਨੇ ਕੋਹ ਦੀਖਾ। ਇੱਕ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਦਿਸਿਆ, ਇੱਕ ਬ੍ਰਹਮ ਗਿਆਨੀ ਭਾਈ ਭਾਨਾ ਸਾਹਿਬ ਬਾਬਾ ਬੁੱਢਾ ਜੀ ਦੇ ਸਪੁੱਤਰ, ਉਹਨਾਂ ਨੂੰ ਦਿਖਿਆ। ਸ੍ਰੀ ਹਰਿ ਗੋਬਿੰਦ ਕੇ ਪਦ ਬੰਦੇ। ਤੇ ਉਹ ਕੀ ਸੀ? ਇੱਕ ਰੂਹ ਸੀ, ਇੱਕ ਆਤਮਾ ਸੀ ਜਿਹੜੀ ਸੂਰ ਦੇ ਵਿੱਚੋਂ ਨਿਕਲੀ ਤੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਨਮਸਕਾਰ ਕਰਕੇ ਦੇਵਲੋਕ ਨੂੰ ਜਾਣ ਲੱਗੀ। ਚਲਿਓ ਚਹਤ ਚਿਤ ਅਦਕ ਮਨੰਦੇ। ਬੜੇ ਆਨੰਦ ਦੇ ਨਾਲ ਉਹ ਰੂਹ ਜਦੋਂ ਨਿਕਲ ਕੇ ਜਾਣ ਲੱਗੀ ਹੈ। ਪੂਜਿਓ ਭਾਨੇ ਸਾਹਿਬ ਤਬੈ। ਬ੍ਰਹਮ ਗਿਆਨੀ ਭਾਈ ਭਾਨਾ ਜੀ ਪੁੱਛਣ ਲੱਗੇ, ਆਹ ਕੌਣ ਮੋਹਿ ਕੋ ਕਹੁ ਸਬੈ। ਬਈ ਤੂੰ ਕੌਣ ਹੈ? ਕਿਹੜੀ ਰੂਹ ਹੈ ਤੂੰ? ਕਿਹੜੇ ਕਾਰਨ ਕਰਕੇ ਸੂਰ ਦੀ ਜੂਨੀ ਚ ਪਿਆ ਸੀ? ਸੁਣ ਤੈਨੇ ਆਪਨ ਪ੍ਰਸੰਗ ਸੁਨਾਇਓ। ਭਾਈ ਭਾਨੇ ਦਾ ਸਵਾਲ ਸੁਣ ਕੇ ਉਸ ਸੂਰ ਦੀ ਰੂਹ ਨੇ ਦੱਸਿਆ। ਜਿਸ ਤੇ ਕੋਲ ਜਨਮ ਕੋ ਪਾਇਓ। ਉਹ ਕਹਿਣ ਲੱਗੇ, ਮਹਾਂਪੁਰਸ਼ੋ ਮੈਂ ਦੱਸਦਾ ਮੈਂ ਕਿਹੜੇ ਕਾਰਨ ਕਰਕੇ ਇਸ ਜੂਨੀ ਚ ਪਿਆ ਸੀ। ਸ੍ਰੀ ਅਰਜਨ ਕੋ ਮੈਂ ਸਿੱਖ ਭਾਰੀ। ਮੈਂ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀਗਾ, ਮਹਾਰਾਜ ਪੰਜਵੇਂ ਪਾਤਸ਼ਾਹ ਦਾ ਸੇਵਕ ਸੀ। ਮਾਤ ਗੰਗ ਜਬ ਬੀੜ ਪਧਾਰੀ। ਜਦੋਂ ਮਾਤਾ ਗੰਗਾ ਜੀ ਪੁੱਤਰ ਦਾ ਵਰ ਲੈਣ ਵਾਸਤੇ ਬੜੀਆਂ ਮਠਿਆਈਆਂ ਤੇ ਬੜੇ ਗੱਡੇ ਤੇ ਰੱਥ ਜੋੜ ਕੇ ਨਾਲ ਸੰਗਤਾਂ ਨੂੰ ਲੈ ਕੇ ਗਏ ਸੀ ਨਾ, ਪਹਿਲੀ ਵਾਰੀ ਬੀੜ ਸਾਹਿਬ ਬਾਬਾ ਬੁੱਢਾ ਜੀ ਗਇਓ ਬਤਾਵਤ ਆਗੇ ਤਹਾਂ। ਤੇ ਮੈਂ ਦੌੜ ਕੇ ਬਾਬਾ ਬੁੱਢਾ ਜੀ ਨੂੰ ਖਬਰ ਕਰਨ ਲਈ ਅੱਗੇ ਗਿਆ ਸੀ। ਬ੍ਰਿਧ ਸਾਹਿਬ ਜੀ ਬੈਠੇ ਜਹਾਂ। ਜਿੱਥੇ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ ਬੈਠੇ ਹੋਏ ਸਨ। ਵੇਖ ਚੰਦਨ ਕੋ ਗਿਰਾ ਉਚਾਰੀ। ਉਹਨਾਂ ਨੇ ਵੇਖਿਆ ਬੜੇ ਰੱਥ ਆ ਰਹੇ ਨੇ, ਬੜੀ ਧੂੜ ਉੱਡ ਰਹੀ ਹੈ, ਬੜੇ ਗੜਬਹਿਲਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ, ਟੱਲੀਆਂ ਖੜਕ ਰਹੀਆਂ ਨੇ ਬਲਦਾਂ ਦੀਆਂ। ਤੇ ਬਾਬਾ ਬੁੱਢਾ ਜੀ ਵੇਖ ਕੇ ਪੁੱਛਣ ਲੱਗੇ, ਗੁਰ ਘਰ ਨੇ ਭਾਜਤ ਕਿਤ ਧਾਰੀ। ਵੀ ਗੁਰੂ ਕਿਆਂ ਨੂੰ ਕਿਉਂ ਭਾਜੜਾਂ ਪੈ ਗਈਆਂ ਨੇ? ਇਹ ਬਚਨ ਹੋਇਆ ਸੀ ਬਾਬਾ ਬੁੱਢਾ ਜੀ ਦਾ ਪਹਿਲੀ ਵਾਰੀ। ਕਹਿੰਦੇ ਗੁਰੂ ਕਿਆਂ ਨੂੰ ਕਿਉਂ ਭਾਜੜਾਂ ਪੈ ਗਈਆਂ ਨੇ? ਸੁਣ ਮੈਂ ਕੋਪ ਕੀਨ ਲਖ ਬੈਠਾ। ਤੇ ਮੈਂ ਬਾਬਾ ਬੁੱਢਾ ਜੀ ਦੀ ਗੱਲ ਸੁਣ ਕੇ ਗੁੱਸਾ ਕਰ ਗਿਆ ਵੀ ਬਾਬਾ ਬੁੱਢਾ ਜੀ ਨੇ ਗੁਰੂ ਕਿਆਂ ਨੂੰ ਭਾਜੜਾਂ ਕਿਉਂ ਕਹੀਆਂ ਨੇ? ਜਾਨ ਅਜੋਗ ਨਾਕ ਮੈਂ ਐਂਠਾ। ਇਹ ਗੱਲ ਬਾਬਾ ਬੁੱਢਾ ਜੀ ਦੀ ਅਜੋਗ ਹੈ, ਮੈਂ ਨੱਕ ਚੜਾਈ ਸੀ, ਸ਼ੰਕਾ ਕੀਤਾ ਸੀ। ਰਾਹ ਕੋ ਤੂੰ ਗਵਾਰ ਹੀ ਰਹਿਓ। ਤੇ ਮੈਂ ਬਾਬਾ ਜੀ ਨੂੰ ਕਿਹਾ, ਬਾਬਾ ਜੀ ਤੁਸੀਂ ਤੇ ਜੱਟ ਦੇ ਜੱਟ ਹੀ ਰਹੇ ਹੋ, ਤੁਸੀਂ ਤੇ ਬਸ ਸਿੱਧੀ ਜੀ ਗੱਲ ਕਰਤੀ ਵੀ ਗੁਰੂ ਕਿਆਂ ਨੂੰ ਭਾਜੜਾਂ ਪੈ ਗਈਆਂ। ਭਲਾ ਏਦਾਂ ਥੋੜਾ ਆਖੀ ਦਾ ਹੁੰਦਾ। ਹਾਂਜੀ, ਗੁਰ ਕਰਨੀ ਕੋ ਸਮਝਨ ਕਹਿਓ। ਤੁਸੀਂ ਮਾਤਾ ਜੀ ਆ ਰਹੇ ਨੇ ਤੇ ਮਾਤਾ ਜੀ ਨੂੰ ਏਦਾਂ ਕਿਉਂ ਕਿਹਾ ਵੀ ਗੁਰੂ ਕਿਆਂ ਨੂੰ ਭਾਜੜਾਂ ਪੈ ਗਈਆਂ ਨੇ? ਨਹੀਂ ਸੁਭਾਵ ਜਾਤ ਕੋ ਜਾਵੈ। ਬਾਬਾ ਜੀ ਤੁਹਾਡਾ ਜਟਾਂ ਵਾਲਾ ਸੁਭਾਅ ਹੈ, ਜਾਂਦਾ ਨਹੀਂ। ਉਚਿਤ ਨ ਜਾਣੈ ਤਉ ਅਲਾਵੈ। ਹਾਂ, ਤੁਸੀਂ ਜਾਣਦੇ ਵੀ ਇਹ ਗੁਰੂ ਕੇ ਮਹਿਲਾਂ ਦਾ ਸਤਿਕਾਰ ਕੀ ਹੁੰਦਾ, ਫਿਰ ਵੀ ਤੁਸੀਂ ਏਦਾਂ ਕਹਿ ਦਿੱਤਾ। ਵੇਖ ਮਮ ਕੋਪ ਸ਼ਰਾਪ ਤਬ ਦੀਨਾ। ਬਾਬਾ ਬੁੱਢਾ ਜੀ ਨੇ ਮੇਰਾ ਗੁੱਸਾ ਵੇਖ ਕੇ ਬਚਨ ਕਰ ਦਿੱਤਾ। ਧਰੋ ਨੀਚ ਸ਼ੂਕਰ ਤਨ ਪੀਨਾ। ਕਹਿਣ ਲੱਗੇ ਤੂੰ ਕਿਉਂ ਸੂਰਤ ਨਾਲ ਘੁਰ ਕਰਦਾ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਤੈਨੂੰ ਕੀ ਹੋ ਗਿਆ, ਤੂੰ ਕਿਉਂ ਸੂਰਤ ਨਾਲ ਘੁਰ ਕਰਦਾ? ਇੰਨਾ ਬਚਨ ਹੋਇਆ ਤੇ ਮੈਨੂੰ ਆ ਸੂਰ ਦੀ ਜੂਨੀ ਮਿਲ ਗਈ। ਸੁਨ ਮੈਂ ਸ਼ਰਾਪ ਰਿਦੇ ਪਛਤਾਏ। ਜਦੋਂ ਬਾਬਾ ਜੀ ਨੇ ਕਿਹਾ ਨਾ ਵੀ ਤੂੰ ਸੂਰ ਦੀ ਤਰ੍ਹਾਂ ਘੁਰ ਕਰਦਾ, ਮੈਨੂੰ ਸਮਝ ਆਈ ਵੀ ਇਹਨਾਂ ਦੀ ਰਸਨਾ ਦਾ ਬੋਲ ਤਾਂ ਕਦੀ ਖਾਲੀ ਜਾਂਦਾ ਹੀ ਨਹੀਂ। ਤੇ ਮੈਂ ਪੈਰ ਫੜ ਲਏ ਤੇ ਪਛਤਾਵਾ ਕੀਤਾ। ਬ੍ਰਿਧ ਕੋ ਭਾਗ ਸਾਚ ਹੋਏ ਜਾਏ। ਕਿ ਬਾਬਾ ਬੁੱਢਾ ਜੀ ਦਾ ਬਚਨ ਸੱਚਾ ਹੀ ਹੁੰਦਾ, ਜੋ ਵੀ ਕਹਿ ਦਿੰਦੇ ਨੇ। ਹੋਏ ਦੀਨ ਮੈਂ ਬੂਝ ਫੇਰਾ। ਮੈਂ ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਪੁੱਛਿਆ ਸ਼ਰਾਪ ਅੰਤ ਕਬ ਹੋਏ ਹੈ ਮੇਰਾ। ਬਾਬਾ ਜੀ ਬਚਨ ਤੇ ਤੁਹਾਡਾ ਪੂਰਾ ਹੋਣਾ, ਮੈਂ ਸੂਰ ਦੀ ਜੂਨੀ 'ਚ ਪੈਣਾ ਹੀ ਪੈਣਾ, ਪਰ ਇਹ ਸ਼ਰਾਪ ਤੋਂ ਮੇਰੀ ਜਾਨ ਕਿਵੇਂ ਛੁੱਟੇਗੀ? ਮੇਰਾ ਕਿਵੇਂ ਕਲਿਆਣ ਹੋਵੇਗਾ? ਮਮ ਬਿਨਤੀ ਸੁਨ ਕਰਨਾ ਧਰੀ। ਬਾਬਾ ਬੁੱਢਾ ਜੀ ਮੇਰੀ ਬੇਨਤੀ ਸੁਣ ਕੇ ਦਇਆ ਦੇ ਘਰ 'ਚ ਵੀ ਆ ਗਏ। ਸ਼ਰਾਪ ਅੰਤ ਭਾਖਿਓ ਤਿਸ ਘਰੀ। ਤੇ ਨਾਲ ਹੀ ਮੇਰਾ ਉਧਾਰ ਕਰਨ ਦਾ ਟਾਈਮ ਦੱਸ ਦਿੱਤਾ। ਸ਼੍ਰੀ ਗੁਰ ਅਰਜਨ ਕੇ ਹੋਏ ਨੰਦ। ਕਹਿਣ ਲੱਗੇ ਗੁਰੂ ਅਰਜਨ ਦੇਵ ਦੇ ਘਰ ਬੜੇ ਮਹਾਬਲੀ ਪੁੱਤਰ ਹੋਣਗੇ।
ਆਯੁਧ ਧਾਰਨ ਪਿਖੈ ਬਿਲੰਦ ਉਹ ਬੜੇ ਯੋਧੇ ਸ਼ਸਤਰ ਧਾਰੀ ਸੂਰਮੇ ਹੋਣਗੇ। ਕਰਤ ਅਖੇਰ ਤੋਹੇ ਕਹ ਮਾਰੈ ਤੂੰ ਸੂਰ ਦੀ ਜੂਨੀ 'ਚ ਪਿਆ ਹੋਵੇਂਗਾ, ਸ਼ਿਕਾਰ ਖੇਡਣ ਵਡਾਲੀ ਆਉਣਗੇ, ਉੱਥੇ ਤੇਰਾ ਉਧਾਰ ਕਰਨਗੇ। ਤਨ ਬਿਰਾਹ ਤੇ ਤਬੈ ਉਧਾਰੈ ਤੇਰੀ ਸੂਰ ਦੀ ਜੂਨੀ ਤੋਂ ਤੇਰਾ ਖਹਿੜਾ ਛੁਡਾਣਗੇ ਛੇਵੇਂ ਪਾਤਸ਼ਾਹ। ਤਬ ਕੋ ਮੈਂ ਸ਼ੂਕਰ ਤਨ ਪਾਏ ਸੋ ਹੈ ਭਾਈ ਭਾਨਾ ਜੀ, ਤੁਹਾਡੇ ਪਿਤਾ ਬਾਬਾ ਬੁੱਢਾ ਜੀ ਦੇ ਬਚਨ ਕਰਕੇ ਮੈਂ ਇਸ ਜੂਨੀ ਸੂਰ ਦੀ ਜੂਨੀ 'ਚ ਪਿਆ ਹੋਇਆ ਸੀ ਵਿਚਰਤ ਰਹਿਓ ਵਡਾਲੀ ਥਾਏ ਤੇ ਇਸ ਵਡਾਲੀ ਦੇ ਖੇਤਾਂ 'ਚ ਵਿਚਰਦਾ ਸੀ ਵੀ ਮੇਰਾ ਸਮਾਂ ਆਵੇਗਾ, ਛੇਵੇਂ ਪਾਤਸ਼ਾਹ ਦੇ ਹੱਥੋਂ ਮੇਰੀ ਮੁਕਤੀ ਹੋਵੇਗੀ। ਅਬ ਸਤਿਗੁਰ ਨੇ ਆਨ ਉਧਾਰਾ ਹੁਣ ਆ ਕੇ ਮੇਰਾ ਕਲਿਆਣ ਕਰ ਦਿੱਤਾ ਛੇਵੇਂ ਪਾਤਸ਼ਾਹ ਨੇ। ਖਿਲਤ ਹਖੇਰ ਮੋਹਿ ਕੋ ਮਾਰਾ ਤੋ ਮੇਰਾ ਉਧਾਰ ਹੋ ਗਿਆ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਮਹਾਰਾਜ ਛੇਵੇਂ ਪਾਤਸ਼ਾਹ ਨੇ ਉਸ ਜਗ੍ਹਾ ਤੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਵੀ ਬਣਿਆ ਹੈ, ਸੂਰ ਦਾ ਉਧਾਰ ਕੀਤਾ ਹੈ। ਸੋ ਉਸ ਜਗ੍ਹਾ ਤੇ ਵਡਾਲੀ ਵਿੱਚ ਮਹਾਰਾਜ ਉਧਾਰ ਕੀਤਾ। ਸਤਿਗੁਰੂ ਕੋਟ ਉਧਾਰ ਦਾ ਦੇ ਨਾਮ ਇੱਕ ਕਣੀ, ਅਨੇਕਾਂ ਨੂੰ ਤਾਰਦਾ ਅਨੇਕਾਂ ਤਰੀਕਿਆਂ ਦੇ ਨਾਲ। ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਮਹਿਮਾ ਵੱਡੀ ਵਡਿਆਈ ਔਰ ਸਤਿਗੁਰੂ ਰਾਮਦਾਸ ਸਾਹਿਬ ਜੀ ਦੀ ਮਹਿਮਾ ਆਪਾਂ ਸਰਵਣ ਕਰ ਰਹੇ ਹਾਂ। ਗੁਰੂ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਸੰਗਤਾਂ ਨੂੰ ਜੋੜੀ ਰੱਖਣ। ਹੇ ਗੋਬਿੰਦ, ਹੇ ਗੋਪਾਲ।